ਸਾਡੇ ਨਾਲ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਜੁੜੇ ਹੋਏ ਨੇ। ਬੀਰ ਦਵਿੰਦਰ ਜੀ, ਤੁਹਾਡਾ ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਤੁਸੀਂ ਡਿਪਟੀ ਸਪੀਕਰ ਰਹਿ ਚੁੱਕੇ ਹੋ। ਤੁਹਾਡੇ ਤੋਂ ਤਕਨੀਕੀ ਤੌਰ ਤੇ ਸੰਵਿਧਾਨਕ ਪੱਖ ਤੋਂ ਜ਼ਰੂਰ ਅਸੀਂ ਸਮਝਣਾ ਚਾਹਾਂਗੇ, ਕਿਉਂਕਿ ਜੋ ਰਾਜਪਾਲ ਦੇ ਵੱਲੋਂ ਸਵਾਲ ਪੰਜਾਬ ਸਰਕਾਰ ਨੂੰ ਕੀਤੇ ਗਏ ਨੇ ਉਸ ਦੇ ਵਿੱਚ ਆਰਟੀਕਲ 167 ਦਾ ਹਵਾਲਾ ਰਾਜਪਾਲ ਦੇ ਨੂੰ ਦਿੱਤਾ ਜਾ ਰਿਹਾ ਹੈ। ਵਿਸਥਾਰ ਦੇ ਨਾਲ ਸਮਝਣਾ ਚਾਹਾਂਗੇ, ਦਰਸ਼ਕਾਂ ਨੂੰ ਸਮਝਾਓ ਕਿ ਆਖਿਰਕਾਰ ਆਰਟੀਕਲ 167 ਕੀ ਕਹਿੰਦਾ ਹੈ, ਜਾਂ ਕੀ ਉਸ ਆਧਾਰ ਤੇ ਵੱਖ-ਵੱਖ ਮੁੱਦਿਆਂ ਤੇ ਇਸ ਤਰ੍ਹਾਂ ਦੇ ਸਵਾਲ ਜਿਹੜੇ ਆ ਸਰਕਾਰ ਨੂੰ ਰਾਜਪਾਲ ਦੇ ਵੱਲੋਂ ਕੀਤੇ ਜਾ ਸਕਦੇ ਨੇ। ਅਰਜ਼ੇ ਹੈ ਕਿ ਰਾਜਪਾਲ ਜਿਹੜੇ ਹੈਗੇ ਨੇ, ਹੀ ਇਜ਼ ਏ ਕਨਸਟੀਟਿਊਸ਼ਨਲ ਹੈਡ ਆਫ ਦੀ ਸਟੇਟ। ਜਿਹੜੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਮਾਨ, ਉਹ ਜਿਹੜੀ ਸਾਡੀ ਡੈਮੋਕ੍ਰੈਟਿਕ ਗਵਰਨੈਂਸ ਹੈ ਉਸ ਦੇ ਮੁਖੀ ਹੈਗੇ ਨੇ। ਲੇਕਿਨ ਦੋਵੇਂ ਹੀ ਕਨਸਟੀਟਿਊਸ਼ਨ ਨੂੰ ਜਵਾਬਦੇਹ ਨੇ। ਇਹ ਗੱਲ ਜ਼ੇਰੇ ਗੌਰ ਲਿਆਉਣੀ ਚਾਹੀਦੀ ਹੈ ਦੋਵਾਂ ਨੂੰ ਹੀ, ਕਿ ਦੋਵੇਂ ਹੀ ਜਿਹੜੇ ਨੇ ਦੇ ਬੋਥ ਆਰ ਕਨਸਟੀਟਿਊਸ਼ਨਲ ਅਥਾਰਿਟੀਜ਼ and they both are accountable to the constitution। ਸੰਵਿਧਾਨ ਤੋਂ ਕੋਈ ਇਹਨਾਂ ਚੋਂ ਬਾਗੀ ਨਹੀਂ ਹੋ ਸਕਦਾ, ਨਾ ਸੰਵਿਧਾਨ ਤੋਂ ਬਾਹਰ ਜਾ ਸਕਦਾ ਹੈ ਜੀ। ਲੇਕਿਨ ਇਹ ਦੇਖਣਾ ਕਿ ਆਇਆ ਮੁੱਖ ਮੰਤਰੀ ਸੰਵਿਧਾਨਕ ਲੋੜਾਂ ਦੇ ਅਨੁਸਾਰ ਔਰ ਸੰਵਿਧਾਨਕ ਮਰਿਆਦਾ ਦੇ ਅਨੁਸਾਰ ਸਰਕਾਰ ਜਿਹੜੀ ਹੈ ਉਹ ਚਲਾ ਰਹੇ ਨੇ, ਇਹ ਦੇਖਣਾ ਗਵਰਨਰ ਦੀ ਜ਼ਿੰਮੇਵਾਰੀ ਹੈ। ਔਰ ਆਰਟੀਕਲ 167 ਉਹਨਾਂ ਨੂੰ ਇਹ ਅਧਿਕਾਰ ਦਿੰਦਾ ਹੈ ਕਿ ਉਹ ਸਰਕਾਰ ਤੋਂ ਕੋਈ ਵੀ ਜਾਣਕਾਰੀ ਜਿਹੜੀ ਹੈ ਉਹ ਹਾਸਲ ਕਰ ਸਕਦੇ ਨੇ। ਜੇ ਉਹਨਾਂ ਨੇ ਕੋਈ ਵੀ ਜਾਣਕਾਰੀ ਲਈ ਮੁੱਖ ਮੰਤਰੀ ਨੂੰ ਕੋਈ ਪੱਤਰ ਵਗੈਰਾ ਲਿਖਿਆ ਹੈਗਾ, ਇਹ ਉਹਨਾਂ ਦਾ ਕਨਸਟੀਟਿਊਸ਼ਨਲ ਰਾਈਟ ਹੈ। ਅੱਛਾ ਬੀਰ ਦਵਿੰਦਰ ਜੀ, ਮੁੱਖ ਤੌਰ ਤੇ ਗੱਲ ਕੀਤੀ ਜਾਵੇ। ਹਾਂਜੀ, ਇੱਕ ਗੱਲ ਮੇਰੀ ਹੋਰ ਸੁਣ ਲਓ ਜੀ ਜੀ ਜੀ, ਕਿ ਮੁੱਖ ਮੰਤਰੀ ਦੀ ਜਿਹੜੀ ਨਿਯੁਕਤੀ ਹੈ, ਭਾਵੇਂ ਉਹ ਉਹਨਾਂ ਦੇ ਮੈਂਬਰ 92 ਨੇ 93 ਨੇ ਜੋ ਵੀ ਹੈ, ਲੇਕਿਨ ਉਹਨਾਂ ਦੀ ਅਪੁਆਇੰਟਿੰਗ ਅਥਾਰਿਟੀ ਗਵਰਨਰ ਹੈ। ਸਮਝ ਗਏ ਨਾ ਜੀ? ਗਵਰਨਰ ਨੇ ਉਹਨਾਂ ਨੂੰ ਨਿਯੁਕਤ ਕੀਤਾ ਹੈਗਾ, ਬਿਲਕੁਲ। ਤੇ ਉਹਨਾਂ ਦੀ ਇੱਕ ਸੰਵਿਧਾਨਕ ਮਰਿਆਦਾ ਦੇ ਅਨੁਸਾਰ ਇੱਕ ਅਕਾਊਂਟੇਬਿਲਿਟੀ ਜਿਹੜੀ ਹੈ ਉਹ ਬਣਦੀ ਹੈ, ਗਵਰਨਰ ਪ੍ਰਤੀ ਜਵਾਬਦੇਹੀ ਬਣਦੀ ਹੈ। ਔਰ ਇਹ ਚੰਗਾ ਹੋਏਗਾ ਕਿ ਇਹਨਾਂ ਦੀ ਆਪਸੀ ਖਤੋ ਖਤਾਬਤ ਜਿਹੜੀ ਹੈ ਉਹ ਠੀਕ ਢੰਗ ਨਾਲ ਚੱਲੇ। ਜੇ ਕੋਈ ਛਪਾਉਣ ਵਾਲੀ ਗੱਲ ਨਹੀਂ ਤਾਂ ਗਵਰਨਰ ਸਾਹਿਬ ਨੂੰ ਬੜੀ ਆਜ਼ਾਨਾ ਤਰੀਕੇ ਦੇ ਨਾਲ ਜਵਾਬ ਭੇਜ ਦੇਣੇ ਚਾਹੀਦੇ ਨੇ, ਔਰ ਤਾਂ ਕਿ ਇਹ ਜਿਹੜਾ ਬਖੌਦ ਹੈਗਾ ਬਿਟਵੀਨ ਦੀ ਗਵਰਨਰ ਐਂਡ ਦੀ ਚੀਫ ਮਿਨਿਸਟਰ, ਇਹ ਘਟਾਇਆ ਜਾ ਸਕੇ। ਇਹਦੇ 'ਚ ਪੰਜਾਬ ਦਾ ਨੁਕਸਾਨ ਹੋ ਰਿਹਾ। ਅੱਛਾ ਬੀਰ ਦਵਿੰਦਰ ਜੀ, ਸਵਾਲ ਇਹ ਵੀ ਬਣਦਾ ਹੈ, ਤੁਸੀਂ ਵੀ ਸਰਕਾਰਾਂ ਦਾ ਹਿੱਸਾ ਰਹੇ, ਪਿਛਲੀਆਂ ਬਹੁਤ ਸਾਰੀਆਂ ਸਰਕਾਰਾਂ ਤੁਸੀਂ ਵੇਖੀਆਂ ਨੇ, ਪਰ ਇਸ ਪੱਧਰ ਦੀ ਟਸਲ ਸ਼ਾਇਦ ਕਦੇ ਵੀ ਨਜ਼ਰ ਨਹੀਂ ਆਈ ਕਿ ਇਸ ਤਰ੍ਹਾਂ ਦਾ ਮਾਹੌਲ ਹੋਵੇ ਕਿ ਇੱਕ ਪਾਸੇ ਰਾਜਪਾਲ ਹੈ, ਦੂਜੇ ਪਾਸੇ ਜਿਹੜੇ ਮੁੱਖ ਮੰਤਰੀ ਨੇ ਸੂਬੇ ਦੇ, ਚਿੱਠੀਆਂ ਤੇ ਚਿੱਠੀਆਂ ਲਿਖੀਆਂ ਜਾ ਰਹੀਆਂ ਨੇ। ਪਰ ਸਵਾਲ ਇਹ ਬਣਦਾ ਹੈ ਕਿ ਹੁਣ ਹੀ 10 ਮਹੀਨੇ ਦੇ ਵਿੱਚ ਇੰਨੇ ਐਪੀਸੋਡ ਹੋਣੇ, ਉਸ ਤੋਂ ਬਾਅਦ 'ਚ ਮੁੜ ਤੋਂ ਵੱਖ-ਵੱਖ ਚਿੱਠੀਆਂ ਦਾ ਹਵਾਲਾ ਦੇਣਾ, ਪ੍ਰਿੰਸੀਪਲਾਂ ਨੂੰ ਲੈ ਕੇ ਸਵਾਲ ਕੀਤਾ ਗਿਆ ਕਿ ਆਖਿਰਕਾਰ ਕਿਸ ਆਧਾਰ ਤੇ ਸਿਲੈਕਸ਼ਨ ਹੋਈ ਹੈ, ਕਿੰਨਾ ਖਰਚਾ ਆਇਆ ਹੈ। ਪਰ ਸੀਐਮ ਮਾਨ ਦੇ ਵੱਲੋਂ ਜੋ ਜਵਾਬ ਦਿੱਤਾ ਗਿਆ ਉਸ ਦੇ ਵਿੱਚ ਉਹਨਾਂ 3 ਲਾਈਨਾਂ 'ਚ ਜਵਾਬ ਦਿੱਤਾ ਹੈ ਕਿ ਉਹਨਾਂ ਦਾ ਸਾਫ਼-ਸਾਫ਼ ਕਹਿਣਾ ਹੈ ਕਿ ਮੁੱਖ ਮੰਤਰੀ ਰਾਜਪਾਲ ਨੂੰ ਜਵਾਬਦੇਹ ਨਹੀਂ ਹੈ, ਉਹ ਜਨਤਾ ਨੂੰ ਜਵਾਬਦੇਹ ਹੈ। ਇਹੀ ਮੇਰਾ ਜਵਾਬ ਹੈ। 3 ਲਾਈਨਾਂ ਦੇ ਵਿੱਚ ਮੁੱਖ ਮੰਤਰੀ ਵੱਲੋਂ ਜਵਾਬ ਦੇ ਦਿੱਤਾ ਗਿਆ। ਦੇਖੋ, ਗਵਰਨਰ enjoys immense financial powers, ਸਮਝ ਗਏ ਨਾ? ਇਹ ਉਹਨਾਂ ਦਾ ਬਿਲਕੁਲ ਅਧਿਕਾਰ ਹੈ ਇਹ ਜਾਣਕਾਰੀ ਲੈਣਾ, ਔਰ ਮੁੱਖ ਮੰਤਰੀ ਜਵਾਬਦੇਹ ਹਨ ਸੰਵਿਧਾਨਕ ਤੌਰ ਤੇ ਗਵਰਨਰ ਨੂੰ। ਉਹਨਾਂ ਨੂੰ ਗਵਰਨਰ ਦੀ ਤਸੱਲੀ ਕਰਵਾਉਣੀ ਪਏਗੀ ਕਿ ਕਿਸ ਖਾਤੇ ਵਿੱਚੋਂ ਕਿਸ ਤਰ੍ਹਾਂ ਸਿਲੈਕਸ਼ਨ ਹੋਈ। ਇਹ ਗਵਰਨਰ ਸਾਹਿਬ ਪੁੱਛ ਸਕਦੇ ਨੇ ਤੇ ਮੁੱਖ ਮੰਤਰੀ ਨੂੰ ਇਹ ਦੱਸਣਾ ਚਾਹੀਦਾ। ਐਵਰੀਥਿੰਗ ਸ਼ੁੱਡ ਬੀ ਟਰਾਂਸਪੇਰੈਂਟ। ਜਦੋਂ ਤੁਸੀਂ ਕਿਸੇ ਇੱਕ ਘਟਨਾ ਨੂੰ ਸ਼ੋਕੇਸ ਕਰ ਰਹੇ ਹੋ, ਦਿੱਲੀ ਜਾ ਕੇ ਉਹਨਾਂ ਨੂੰ ਰਿਸੀਵ ਕਰ ਰਹੇ ਹੋ, ਇੱਥੋਂ ਝੰਡੀ ਵਿਖਾ ਰਹੇ ਹੋ, ਹਾਲਾਂਕਿ ਕੋਈ ਐਡੀ ਵੱਡੀ ਗੱਲ ਨਹੀਂ ਹੈ। ਸਰਕਾਰ ਦੇ ਮੁਲਾਜ਼ਮ ਤੇ ਅਫਸਰ ਜਿਹੜੇ ਨੇ ਉਹ ਟ੍ਰੇਨਿੰਗ ਵਾਸਤੇ ਜਾਂਦੇ ਰਹਿੰਦੇ ਨੇ, ਇਹ ਇੱਕ ਪ੍ਰੋਸੈਸ ਦਾ ਹਿੱਸਾ ਹੈਗਾ। ਲੇਕਿਨ ਇਹਨੂੰ ਇੰਨਾ ਇਹਦਾ ਤਮਾਸ਼ਾ ਬਣਾ ਕੇ ਦਿਖਾਉਣਾ ਤੇ ਉਹਦੇ ਤੇ ਖਰਚਾ ਕਰਨਾ ਵਿੱਤੋਂ ਬਾਹਰ ਜਾ ਕੇ, ਇਹਦੀ ਕੋਈ ਤੁਕ ਨਹੀਂ ਸੀ ਬਣਦੀ। ਲੇਕਿਨ ਜੇ ਗਵਰਨਰ ਸਾਹਿਬ ਨੇ ਇਹਦੀ ਜਾਣਕਾਰੀ ਮੰਗੀ ਹੈ ਤੇ ਜਾਣਕਾਰੀ ਦੇਣੀ ਚਾਹੀਦੀ ਹੈ। ਇਹ ਦੇਖੋ ਨਾ, ਹੁਣ ਇਸ ਤੋਂ ਬਾਅਦ ਬਜਟ ਸੈਸ਼ਨ ਹੋਣਾ ਜੀ,
ਬਜਟ ਦੀਆਂ ਸਾਰੀਆਂ ਪ੍ਰਪੋਜ਼ਲਸ ਕੈਬਨਿਟ ਨੂੰ ਗਵਰਨਰ ਅੱਗੇ ਰੱਖਣੀਆਂ ਪੈਣੀਆਂ ਨੇ। ਬਿਲਕੁਲ ਬਜਟ ਸੈਸ਼ਨ ਨੂੰ ਉਹਨਾਂ ਨੇ ਐਡਰੈਸ ਕਰਨਾ ਹੈ। ਗਵਰਨਰ ਦਾ ਰੋਲ ਜਿਹੜਾ ਹੈਗਾ ਸਰਕਾਰ ਦੇ ਪੰਜਾਬ ਦੀ ਜਿਹੜੀ ਸਟੇਟ ਐਡਮਿਨਿਸਟ੍ਰੇਸ਼ਨ ਹੈ ਉਸ ਤੋਂ ਜੁਦਾ ਨਹੀਂ ਕੀਤਾ ਜਾ ਸਕਦਾ। ਉਹਨਾਂ ਦਾ ਬੜਾ ਰੋਲ ਡਿਫਾਈਨਡ ਹੈਗਾ ਕਨਸਟੀਟਿਊਸ਼ਨ ਵਿੱਚ। ਤੇ ਚੰਗੀ ਗੱਲ ਇਹ ਹੋਏਗੀ ਕਿ ਉਸ ਰੋਲ ਨੂੰ ਮੁੱਖ ਮੰਤਰੀ ਵੀ ਪਹਿਚਾਨਣ ਔਰ ਮੁੱਖ ਮੰਤਰੀ ਦੀ ਜਿਹੜੀ ਪੋਲੀਟੀਕਲ ਪੋਜੀਸ਼ਨ ਹੈ ਉਹਦਾ ਗਵਰਨਰ ਸਾਹਿਬ ਵੀ ਸਤਿਕਾਰ ਕਰਨ। ਅਜਿਹਾ ਭੱਦਾ ਟਕਰਾਓ ਜਿਹੜਾ ਹੈਗਾ ਇਹ ਪਹਿਲਾਂ ਕਦੇ ਦੇਖਣ 'ਚ ਨਹੀਂ ਮਿਲਿਆ, ਇਹ ਪਹਿਲੀ ਵਾਰੀ ਹੋ ਰਿਹਾ। ਦੇਖੋ ਮੈਂ ਤੇ ਕਹਿੰਦਾ ਸੀ ਪਾਣੀ ਤੇ ਪੁਲਾਂ ਹੇਠਾਂ ਦੀ ਲੰਘਣਾ, ਤੁਸੀਂ ਗਵਰਨਰ ਨੂੰ ਇਗਨੋਰ ਨਹੀਂ ਕਰ ਸਕਦੇ। ਇਹਨਾਂ ਨੇ ਸਦਨ ਉਠਾਇਆ, ਸੈਨੇਟ ਆਈ, ਉਸ ਤੋਂ 2-3-4 ਦਿਨ ਦੇ ਅੰਦਰ ਅੰਦਰ ਕੈਬਨਿਟ ਨੂੰ ਇਹ ਪਾਸ ਕਰਕੇ ਇੱਕ ਮਤਾ ਗਵਰਨਰ ਪਾਸ ਭੇਜਣਾ ਚਾਹੀਦਾ ਸੀ ਕਿ ਸਦਨ ਨੂੰ ਪਰੋ ਰੋਕ ਕਰ ਦਿੱਤਾ ਜਾਏ। ਲੇਕਿਨ ਇਸ ਗੱਲ ਲਈ ਮਹੀਨੇ ਲਾਤੇ। ਅਲਟੀਮੇਟਲੀ ਫਿਰ ਉਹੀ ਹੋਇਆ ਨਾ, ਸ਼ਾਹ ਮੁਹੰਮਦ ਦਾ ਅੰਤ ਨੂੰ ਸੋਈ ਹੋਣੀ। ਸੰਵਿਧਾਨ ਦੀ ਲੱਤ ਹੇਠਾਂ ਦੀ ਤਾਂ ਤੁਹਾਨੂੰ ਲੰਘਣਾ ਹੀ ਪੈਣਾ। ਹੁਣ ਉਹੀ ਮਤਾ ਕੈਬਨਿਟ ਨੂੰ ਪਾਉਣਾ ਪਿਆ, ਗਵਰਨਰ ਪਾਸ ਭੇਜਣਾ ਪਿਆ। ਗਵਰਨਰ ਨੇ ਹੁਣ ਸਦਨ ਨੂੰ ਉਠਾਇਆ। ਹੁਣ ਬਜਟ ਸੈਸ਼ਨ ਤਦ ਹੀ ਹੋ ਸਕਦਾ ਸੀ ਜੇ ਗਵਰਨਰ ਸਾਹਿਬ ਸਦਨ ਨੂੰ ਪਰੋ ਰੋਕ ਕਰਦੇ। ਹੁਣ ਹੋ ਗਿਆ ਪਰੋ ਰੋਕ। ਨਾਓ ਗਵਰਨਰ ਵੁੱਡ ਸਮਨ ਦੀ ਹਾਊਸ ਫਾਰ ਬਜਟ ਸੈਸ਼ਨ, ਹੀ ਵਿਲ ਐਡਰੈਸ ਦੀ ਹਾਊਸ, ਉਹਨਾਂ ਦਾ ਭਾਸ਼ਣ ਵੀ ਹੋਏਗਾ। ਲੇਕਿਨ ਉਹ ਭਾਸ਼ਣ ਜਿਹੜਾ ਹੈ ਉਹ ਤਿਆਰ ਸਰਕਾਰ ਨੇ ਕਰਨਾ, ਤਿਆਰ ਕੈਬਨਿਟ ਨੇ ਕਰਨਾ। ਉਹ ਭਾਸ਼ਣ ਗਵਰਨਰ ਨੇ ਪੜ੍ਹਨਾ। ਕਾਨੂੰਨ ਮੁਤਾਬਕ ਗਵਰਨਰ ਲਈ ਜ਼ਰੂਰੀ ਹੈ ਕਿ ਉਹ ਭਾਸ਼ਣ ਪੜ੍ਹੇ ਜੋ ਕੈਬਨਿਟ ਤਿਆਰ ਕਰਕੇ ਭੇਜੇ। ਉਹ ਆਪਣੇ ਤੌਰ ਤੇ ਉਹਦੇ 'ਚ ਕੁਝ ਵੀ ਸ਼ਾਮਲ ਨਹੀਂ ਕਰ ਸਕਦੇ। ਮਤਲਬ ਇਹ ਕੈਬਨਿਟ ਦਾ ਰਾਈਟ ਹੈ। ਕੈਬਨਿਟ ਦੇ ਆਪਣੇ ਦਾਇਰਾ ਅਖਤਿਆਰ ਹੈ ਔਰ ਉਸਦੇ ਰਾਈਟਸ ਨੇ। ਇਸੇ ਤਰ੍ਹਾਂ ਗਵਰਨਰ ਦੇ ਨੇ। ਕਈ ਥਾਵਾਂ ਤੇ ਗਵਰਨਰ ਸੁਪਰੀਮ ਹੈ, ਕਈ ਥਾਵਾਂ ਤੇ ਕੈਬਨਿਟ। ਅੱਛਾ ਵੀਰ ਦਵਿੰਦਰ ਜੀ, ਤੁਸੀਂ ਖੁਦ ਵੀ ਮੰਨ ਰਹੇ ਹੋ ਕਿ ਪਹਿਲਾਂ ਅਜਿਹੀ ਟਕਰਾਅ ਵਾਲੀ ਸਥਿਤੀ ਜਿਹੜੀ ਸੂਬੇ ਦੇ ਵਿੱਚ ਕਦੇ ਵੀ ਪੈਦਾ ਨਹੀਂ ਹੋਈ, ਕਦੇ ਵੀ ਨਜ਼ਰ ਨਹੀਂ ਆਈ। ਪਰ ਸਵਾਲ ਹੁਣ ਇਹ ਵੀ ਬਣਦਾ ਹੈ ਕਿ ਫਿਰ ਹੁਣੀ ਅਜਿਹੀ ਪਿਕਚਰ ਸਾਫ਼ ਤੌਰ ਤੇ ਨਜ਼ਰ ਕਿਉਂ ਆ ਰਹੀ ਹੈ? ਕਿਉਂਕਿ ਇੱਕ ਐਪੀਸੋਡ ਨਹੀਂ ਹੋਇਆ 10 ਮਹੀਨਿਆਂ ਦੇ ਵਿੱਚ, ਚਾਹੇ ਉਹ ਇੱਕ ਦਿਨ ਦਾ ਵਿਸ਼ੇਸ਼ ਬਜਟ ਇਜਲਾਸ ਦੀ ਗੱਲ ਹੋਵੇ, ਉਹ ਵੀ ਬੁਲਾਉਣ ਤੋਂ ਮਨਾ ਕਰ ਦਿੱਤਾ ਗਿਆ ਸੀਗਾ। ਚਾਹੇ ਉਹ ਵੱਖ-ਵੱਖ ਯੂਨੀਵਰਸਿਟੀਜ਼ ਦੇ ਵੀਸੀ ਦੀ ਨਿਯੁਕਤੀ ਦੀ ਗੱਲ ਹੋਵੇ, ਇਸ ਦੇ ਵਿੱਚ ਵੀ ਅੱਜ ਉਹਨਾਂ ਨੇ ਜ਼ਿਕਰ ਕੀਤਾ ਗਿਆ ਕਿ ਕੁਲਦੀਪ ਚਹਿਲ ਨੂੰ ਜਲੰਧਰ ਦਾ ਕਮਿਸ਼ਨਰ ਲਗਾ ਦਿੱਤਾ ਗਿਆ ਹੈ, ਉਸ ਨੂੰ ਲੈ ਕੇ ਉਹਨਾਂ ਨੇ ਸਵਾਲ ਖੜੇ ਕੀਤੇ ਨੇ। ਪਰ 10 ਮਹੀਨੇ ਦੇ ਵਿੱਚ ਇੰਨੇ ਐਪੀਸੋਡ ਹੋ ਜਾਣਾ, ਹੋਣੀ ਅਜਿਹੀ ਪਿਕਚਰ ਜਿਹੜੀ ਸਾਹਮਣੇ ਆਉਣੀ, ਇਹਦੀ ਵੱਡੀ ਵਜ੍ਹਾ ਫਿਰ ਕੀ ਹੈ? ਦੇਖੋ ਗੱਲ ਇਹ ਹੈ ਬਈ, ਇਹਦੀ ਵਜ੍ਹਾ ਤਾਂ ਹੁਣ ਭਗਵੰਤ ਮਾਨ ਜਾਣਦੇ ਹੋਣਗੇ। ਮੈਂ ਸਮਝਦਾ ਕਿ ਭਗਵੰਤ ਮਾਨ ਅੰਨ੍ਹੇਵਾਹ ਜਿਹੜਾ ਫਾਲੋ ਕਰ ਰਹੇ ਨੇ ਅਰਵਿੰਦ ਕੇਜਰੀਵਾਲ ਨੂੰ। ਅਰਵਿੰਦ ਕੇਜਰੀਵਾਲ ਨੇ ਪੱਕੇ ਤੌਰ ਤੇ ਇੱਕ ਟਕਰਾਓ ਦੀ ਸਥਿਤੀ ਦਿੱਲੀ ਵਿੱਚ ਬਣਾਈ ਹੋਈ ਹੈ। ਜਿਸ ਤਰ੍ਹਾਂ ਦਾ ਉਹ ਟਕਰਾਓ ਕਰੀ ਜਾਂਦੇ ਨੇ, ਉਹ ਜਿਵੇਂ ਉਹ ਇਹਨਾਂ ਨੂੰ ਗਾਈਡ ਕਰਦੇ ਨੇ, ਉਸੇ ਤਰ੍ਹਾਂ ਇਹ ਉਹਨਾਂ ਚੀਜ਼ਾਂ ਨੂੰ ਫਾਲੋ ਕਰ ਰਹੇ, ਵਿਚ ਇਜ਼ ਨਾਟ ਫੇਅਰ। ਪੰਜਾਬ ਇੱਕ ਫੁੱਲ ਫਲੈਜ ਸਟੇਟ ਹੈਗੀ ਹੈ। ਦਿੱਲੀ ਜਿਹੜੀ ਹੈ ਉਹ ਇੱਕ ਪੂਰੀ ਸਟੇਟ ਨਹੀਂ ਹੈ। ਉੱਥੇ ਲੈਫਟੀਨੈਂਟ ਗਵਰਨਰ ਦਾ ਰਾਜ ਹੈ ਤੇ ਸਾਡੀ ਫੁੱਲ ਫਲੈਜ ਸਟੇਟ ਹੈ। ਸਟੇਟ ਦੇ ਚੀਫ ਮਿਨਿਸਟਰ ਦੀਆਂ ਜ਼ਿੰਮੇਵਾਰੀਆਂ ਹੋਰ ਤਰ੍ਹਾਂ ਦੀਆਂ ਹੁੰਦੀਆਂ ਨੇ। ਦਿੱਲੀ ਕੈਪੀਟਲ ਰੀਜਨ ਹੈ, ਉਸ ਦਾ ਜਿਹੜਾ ਮੁੱਖ ਮੰਤਰੀ ਹੈ ਉਹਦੇ ਅਧਿਕਾਰ, ਉਹਦੀਆਂ ਜ਼ਿੰਮੇਵਾਰੀਆਂ ਡਿਫਰੈਂਟ ਨੇ। ਚਾਹੀਦਾ ਤਾਂ ਇਹ ਹੈ ਕਿ ਅਰਵਿੰਦ ਕੇਜਰੀਵਾਲ ਸ਼ੁੱਡ ਫਾਲੋ ਪੰਜਾਬ, ਰਾਦਰ ਵਾਈ ਸ਼ੁੱਡ ਪੰਜਾਬ ਫਾਲੋ ਫਾਰ ਐਵਰੀਥਿੰਗ। ਦਿੱਲੀ ਦੀਆਂ ਜਿਹੜੀਆਂ ਨੇ ਉੱਥੋਂ ਦੀਆਂ ਪਰਿਸਥਿਤੀਆਂ ਹੋਰ ਨੇ, ਉਹਨਾਂ ਦੀਆਂ ਜਿਹੜੇ ਫਾਈਨੈਂਸ਼ੀਅਲ ਪਾਵਰਸ ਨੇ ਉਹ ਡਿਫਰੈਂਟ ਹੈਗੀਆਂ ਨੇ। ਉੱਥੇ ਦਿੱਲੀ ਸਰਕਾਰ ਦਾ ਬਹੁਤ ਜ਼ਿਆਦਾ ਦਖਲ ਹੈ। ਹੋਮ ਜਿਹੜਾ ਹੈਗਾ ਉਹਨਾਂ ਕੋਲ ਹੈ ਹੀ ਨਹੀਂ। ਉਹ ਤਾਂ ਇੱਕ ਡਿਗਨੀਫਾਈਡ ਮਿਊਨਿਸਪਲ ਕਾਉਂਸਲ ਹੈ, ਵੱਡੀ ਮੈਟਰੋਪੋਲੀਟਨ ਕਾਉਂਸਲ, ਠੀਕ ਹੈ ਨਾ। ਇਸ ਕਰਕੇ ਇਹ ਟਕਰਾਅ ਜਿਹੜਾ, ਦੇਖੋ ਗਵਰਨਰ ਨਾਲ ਟਕਰਾਅ ਠੀਕ ਨਹੀਂ ਹੈ। ਅਲਟੀਮੇਟਲੀ ਗਵਰਨਰ, ਜੇ ਤੁਸੀਂ ਕੋਈ ਵੀ ਗੱਲਾਂ ਜਿਹੜੀਆਂ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਕਰੋਗੇ, the governor has to send his report after every 6 months. He has to send his report ਕਿ ਪੰਜਾਬ 'ਚ ਹੋ ਕੀ ਰਿਹਾ ਹੈਗਾ, ਠੀਕ ਹੈ ਨਾ। ਉਹ ਰਿਪੋਰਟ ਭੇਜਣ ਵਾਸਤੇ ਉਹਨਾਂ ਨੇ ਜਾਣਕਾਰੀ ਲੈਣੀ ਹੈ। ਉਹ ਜਾਣਕਾਰੀ ਚੀਫ ਸੈਕਟਰੀ ਤੋਂ ਵੀ ਲੈ ਸਕਦੇ ਨੇ, ਉਹ ਜਾਣਕਾਰੀ ਸਿੱਧੀ ਮੁੱਖ ਮੰਤਰੀ ਤੋਂ ਵੀ ਲੈ ਸਕਦੇ ਨੇ।
ਬਿਲਕੁਲ ਉਹ ਜਾਣਕਾਰੀ ਲੈਣ ਦਾ ਅਧਿਕਾਰ ਆ ਉਹਨਾਂ ਦਾ। ਮੁੱਖ ਮੰਤਰੀ ਦਾ ਇਹ ਕਹਿਣਾ ਵਾਜਿਬ ਨਹੀਂ ਹੈ ਕਿ ਤੁਸੀਂ ਕੌਣ ਹੋ, ਸਮਝ ਗਏ ਨਾ? ਤੁਸੀਂ ਕੌਣ ਨਹੀਂ ਕਹਿ ਸਕਦੇ। ਹੀ ਇਜ਼ ਅ ਕਨਸਟੀਟਿਊਸ਼ਨਲ ਹੈਡ ਆਫ ਦੀ ਸਟੇਟ ਜੀ। ਅੱਛਾ ਬੀਰ ਦਵਿੰਦਰ ਜੀ, ਨਾਲ ਇੱਥੇ ਇਹ ਵੀ ਅਹਿਮ ਸਵਾਲ ਹੈ ਕਿ ਰਾਜਪਾਲ ਦੇ ਵੱਲੋਂ 15 ਦਿਨ ਦੀ ਡੈਡਲਾਈਨ ਦਿੱਤੀ ਗਈ, ਵੱਖ-ਵੱਖ ਮੁੱਦਿਆਂ ਦਾ ਜ਼ਿਕਰ ਕਰਦੇ ਹਾਂ ਕਿ 15 ਦਿਨ ਦੇ ਵਿੱਚ ਜਵਾਬ ਦਿਓ, ਨਹੀਂ ਤਾਂ ਫਿਰ ਕਾਨੂੰਨੀ ਸਲਾਹ ਉਹਨਾਂ ਨੂੰ ਲਈ ਜਾਵੇਗੀ। ਪਰ ਜੋ ਸੀਐਮ ਮਾਨ ਦਾ ਬਿਆਨ ਸਾਹਮਣੇ ਆਇਆ ਉਸ ਤੋਂ ਤੇ ਕਿਤੇ ਨਜ਼ਰ ਨਹੀਂ ਆਉਂਦਾ ਕਿ ਸਰਕਾਰ ਦੇ ਵੱਲੋਂ ਇੱਕ-ਇੱਕ ਸਵਾਲ ਦਾ, ਰਾਜਪਾਲ ਦੇ ਸਵਾਲ ਦਾ ਜਵਾਬ ਦਿੱਤਾ ਜਾਵੇਗਾ। ਤੇ ਹੁਣ 15 ਦਿਨ ਚ ਬਾਅਦ ਜਿਹੜੇ ਰਾਜਪਾਲ ਕਹਿ ਰਹੇ ਨੇ ਕਿ ਕਾਨੂੰਨੀ ਸਲਾਹ ਲਈ ਜਾਵੇਗੀ, ਤਾਂ ਰਾਜਪਾਲ ਦੇ ਵੱਲੋਂ ਹੁਣ ਰਾਜਪਾਲ ਦੇ ਕੋਲ ਕਾਨੂੰਨੀ ਬਦਲਾਅ ਕੀ ਹੈ, ਕਾਨੂੰਨੀ ਬਦਲ ਕੀ ਹੈ, ਤੇ ਉਸ ਦੇ ਮੁਕਾਬਲੇ ਹੁਣ ਸਰਕਾਰ ਦੇ ਕੋਲ ਬਦਲ ਫਿਰ ਕੀ ਹੈ ਜੇਕਰ ਇੱਕ-ਇੱਕ ਸਵਾਲ ਦਾ ਜਵਾਬ ਨਹੀਂ ਦਿੱਤਾ ਜਾਂਦਾ ਤਾਂ? ਦੇਖੋ ਗੱਲ ਇਹ ਹੈ ਵੀ ਰਾਜਪਾਲ ਕੋਲ ਕਾਨੂੰਨੀ ਬਦਲ ਬਹੁਤ ਨੇ, ਸਮਝ ਗਏ ਨਾ? ਮੈਂ ਭਗਵੰਤ ਮਾਨ ਨੂੰ ਇਹ ਸਲਾਹ ਦੇਵਾਂਗਾ ਕਿ ਉਹਨਾਂ ਨੂੰ ਮਹਿਜ਼ ਇਸ ਗੱਲ ਤੇ ਨਹੀਂ ਰਹਿਣਾ ਚਾਹੀਦਾ ਕਿ ਉਹਨਾਂ ਕੋਲ 92 MLA ਹੈਗੇ ਨੇ। ਕਨਸਟੀਟਿਊਸ਼ਨ ਸੁਪਰੀਮ, ਇਟ ਇਜ਼ ਏ ਕਨਸਟੀਟਿਊਸ਼ਨਲ ਡੈਮੋਕ੍ਰੇਸੀ। ਉਹਦੇ 'ਚ ਕਨਸਟੀਟਿਊਸ਼ਨ ਦੇ ਪ੍ਰਤੀ ਬੇਪਰਵਾਹੀ ਜੇ ਤੁਸੀਂ ਦਿਖਾਓਗੇ ਤਾਂ ਕਨਸਟੀਟਿਊਸ਼ਨ ਫਿਰ ਆਪਣੀ ਸੁਪਰੀਮੇਸੀ ਦਿਖਾ ਸਕਦਾ ਹੈ, ਸਮਝ ਗਏ ਨਾ? ਗਵਰਨਰ ਨੂੰ ਮੈਂ ਇਹ ਸਮਝਦਾ ਕਿ ਗਵਰਨਰ ਨੂੰ ਭਗਵੰਤ ਮਾਨ ਨੂੰ ਮਜਬੂਰ ਨਹੀਂ ਕਰਨਾ ਚਾਹੀਦਾ ਕਿ ਉਹ ਕੋਈ ਐਸੀ ਰਿਪੋਰਟ ਜਿਹੜੀ ਹੈ, ਗਵਰਨਰ ਆਜ਼ਾਦ ਨੇ, ਉਹ ਜੇ ਕੱਲ ਨੂੰ ਉਹਨਾਂ ਨੇ ਗ੍ਰਹਿ ਮੰਤਰਾਲੇ ਨੂੰ ਕੋਈ ਐਸੀ ਰਿਪੋਰਟ ਭੇਜਤੀ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਇਹ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਨਹੀਂ ਚੱਲ ਰਹੀ ਹੈ ਜੀ, ਇਹ ਕਨਸਟੀਟਿਊਸ਼ਨਲ ਜਿਹੜੀ ਮਰਿਆਦਾ ਹੈਗੀਆਂ ਨੇ ਉਹਨਾਂ ਦਾ ਪਾਲਣ ਨਹੀਂ ਕਰ ਰਹੀ, ਬਹੁਤ ਕੁਝ ਐਸਾ ਹੈ ਜਿਹੜਾ ਗਵਰਨਰ ਇਸ ਤਰ੍ਹਾਂ ਦੀ ਚਿੱਠੀ ਲਿਖ ਸਕਦੇ ਹਨ। ਜਿਵੇਂ ਪਹਿਲਾਂ ਇੱਕ ਚਿੱਠੀ ਭਗਵੰਤ ਮਾਨ ਉਹਨਾਂ ਨੇ ਪੰਜਾਬੀ 'ਚ ਲਿਖਤੀ ਸੀ, ਉਹ ਮੀਡੀਆ ਨੂੰ ਦੇ ਦਿੱਤੀ, ਇੱਕ ਅੰਗਰੇਜ਼ੀ 'ਚ ਲਿਖੀ ਉਹ ਗਵਰਨਰ ਸਾਹਿਬ ਨੂੰ ਭੇਜਤੀ। ਉਹਦੇ 'ਚ ਓਥ ਆਫ ਸੀਕ੍ਰੇਸੀ ਜਿਹੜੀ ਸੀ ਉਹ ਵਾਇਓਲੇਟ ਹੋਈ ਹੈ। ਗਵਰਨਰ ਨੇ ਉਸ ਦੀ ਹਲੇ ਕੋਗਨੀਜੈਂਸ ਨਹੀਂ ਲਈ, ਉਸ ਦੀ ਵੀ ਕੋਗਨੀਜੈਂਸ ਲੈ ਸਕਦੇ ਨੇ। ਐਂਡ ਗਵਰਨਰ ਕੈਨ ਟੇਕ ਵੈਰੀ ਸੀਰੀਅਸ ਐਕਸ਼ਨ ਔਨ ਦੈਟ। ਉਹਦੇ 'ਚ ਗਵਰਨਰ ਨੂੰ ਬਹੁਤ ਵੱਡੀਆਂ ਕਨਸਟੀਟਿਊਸ਼ਨ ਨੇ ਪਾਵਰਸ ਦਿੱਤੀਆਂ ਹੋਈਆਂ ਨੇ। ਇਸ ਕਰਕੇ ਗਵਰਨਰ ਜੇ ਇਹ ਇਸ ਤਰ੍ਹਾਂ ਦੀ ਰਿਪੋਰਟ ਸਰਕਾਰ ਨੂੰ ਭੇਜ ਦੇਣ, ਹੋਮ ਮਿਨਿਸਟਰੀ ਨੂੰ ਜਾਂ ਰਾਸ਼ਟਰਪਤੀ ਨੂੰ, ਤੇ ਉਹ ਫਿਰ ਸਥਿਤੀ ਬਹੁਤ ਖਰਾਬ ਹੋ ਜਾਏਗੀ, ਇਹਨਾਂ ਲਈ ਬਹੁਤ ਮੁਸ਼ਕਲ ਹੋ ਜਾਏਗਾ। ਤੇ ਦੈਨ ਸਟੇਟ ਕੁਡ ਬੀ ਬ੍ਰੌਟ ਅੰਡਰ ਪ੍ਰੈਜ਼ੀਡੈਂਟ ਰੂਲ। ਇੱਦਾਂ ਦੀ ਸਿਚੁਏਸ਼ਨ ਨਹੀਂ ਨਾ ਹੋਣੀ ਚਾਹੀਦੀ। 10 ਮਹੀਨਿਆਂ 'ਚ ਟਕਰਾਓ ਇਸ ਹੱਦ ਤੱਕ ਚਲਾ ਜਾਏ ਕਿ ਗਵਰਨਰ ਨੂੰ ਇਹ ਕਹਿਣਾ ਪਵੇ ਕਿ ਮੈਨੂੰ ਕਾਨੂੰਨੀ ਰਾਏ ਲੈਣ ਲਈ ਮਜਬੂਰ ਹੋਣਾ ਪਏਗਾ। ਕਾਨੂੰਨੀ ਰਾਏ ਜਿਹੜੀ ਹੈ ਉਹ ਕਿਸੇ ਤੋਂ ਵੀ ਲੈ ਸਕਦੇ ਨੇ। ਉਹ ਜਿਹੜੇ ਸਾਡੇ ਕਨਸਟੀਟਿਊਸ਼ਨਲ ਐਕਸਪਰਟਸ ਨੇ, ਹੀ ਕੈਨ ਸੋਲਿਸਿਟ ਓਪੀਨੀਅਨ ਫਰੋਮ ਦੋਜ਼ ਕਨਸਟੀਟਿਊਸ਼ਨਲ ਐਕਸਪਰਟਸ ਆਲਸੋ। ਉਹ ਸੋਲਿਸਿਟਰ ਜਨਰਲ ਆਫ ਇੰਡੀਆ ਤੋਂ ਵੀ ਲੈ ਸਕਦੇ ਨੇ, ਐਡੀਸ਼ਨਲ ਸੋਲਿਸਿਟਰ ਤੋਂ ਵੀ ਰਾਏ ਲੈ ਸਕਦੇ ਨੇ, ਕਿਸੇ ਤੋਂ ਵੀ ਲੈ ਸਕਦੇ ਨੇ। ਹੀ ਇਜ਼ ਐਂਟਾਈਟਲ। ਇਸ ਕਰਕੇ ਉਹਦੇ 'ਚ ਫਿਰ ਪੰਜਾਬ ਦੇ ਲਈ ਬਹੁਤ ਮੁਸ਼ਕਲਾਂ ਖੜੀਆਂ। ਠੀਕ ਹੈ ਬੀਰ ਦਵਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ। ਤੁਸੀਂ ਬੜੀ ਬਾਰੀਕੀ ਦੇ ਨਾਲ ਜਿਹੜੀਆਂ ਤਕਨੀਕੀ ਗੱਲਾਂ ਨੇ ਉਸ ਤੋਂ ਵੀ ਦਰਸ਼ਕਾਂ ਨੂੰ ਵਾਕਿਫ ਕਰਵਾਇਆ। ਬੀਰ ਦਵਿੰਦਰ ਜੀ ਨੇ ਸਾਫ਼ ਤੌਰ ਤੇ ਕਿਹਾ, ਕਿਉਂਕਿ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਹਿ ਚੁੱਕਣ ਦਾ ਕਹਿਣਾ ਹੈ ਕਿ ਰਾਜਪਾਲ ਦੇ ਕੋਲ ਇਹ ਸੰਵਿਧਾਨਿਕ ਹੱਕ ਹੈ ਕਿ ਉਹ ਸਰਕਾਰ ਨੂੰ ਸਵਾਲ ਕਰ ਸਕਦਾ ਹੈ, ਕਿਸੇ ਵੀ ਮੁੱਦੇ ਤੇ ਉਹ ਜਾਣਕਾਰੀ ਲੈਣ ਲਈ, ਜਾਣਕਾਰੀ ਦੇਣ ਦੇ ਲਈ ਕਹਿ ਸਕਦਾ ਹੈ, ਤੇ ਸਰਕਾਰ ਨੂੰ ਵੀ ਰਾਜਪਾਲ ਦੇ ਹਰ ਸਵਾਲ ਦਾ ਜਵਾਬ ਦੇਣਾ ਹੋਵੇਗਾ। ਨਾਲ ਉਹਨਾਂ ਨੇ ਕਿਹਾ ਕਿ ਜੇਕਰ ਕਾਨੂੰਨੀ ਸਲਾਹ ਲਈ ਜਾਂਦੀ ਹੈ ਤੇ ਇਸ ਨੂੰ ਲੈ ਕੇ ਹੋਰ ਵੀ ਜਿਹੜੀ ਹੈ ਸਰਕਾਰ ਵਾਸਤੇ ਉਹ ਮੁਸ਼ਕਲ ਵੱਧ ਸਕਦੀ ਹੈ। ਪਰ ਟਸਲ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ। ਰਾਜਪਾਲ ਦੇ ਲਈ ਇੱਕ ਵਾਰ ਫਿਰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਸਵਾਲ ਕੀਤੇ ਗਏ ਨੇ, ਚਾਹੇ ਪ੍ਰਿੰਸੀਪਲਾਂ ਦੇ ਮੁੱਦੇ ਦੀ ਗੱਲ ਹੋਵੇ, ਚਾਹੇ ਉਹ ਕੁਲਦੀਪ ਚਹਿਲ ਦੀ ਕਮਿਸ਼ਨਰ ਵਜੋਂ ਨਿਯੁਕਤੀ ਦੀ ਗੱਲ ਹੋਵੇ। ਪਰ ਸੀਐਮ ਮਾਨ ਦੇ ਵੱਲੋਂ 3 ਲਾਈਨਾਂ ਦੇ ਵਿੱਚ ਜਵਾਬ ਦਿੱਤਾ ਗਿਆ ਹੈ। ਜਵਾਬ ਵੀ ਇਹ ਕਿਹਾ ਗਿਆ ਹੈ ਕਿ ਉਹ ਰਾਜਪਾਲ ਨੂੰ ਜਵਾਬ ਦੇ ਨਹੀਂ ਨੇ, ਉਹ ਜਨਤਾ ਨੂੰ ਜਵਾਬ ਦੇ ਨੇ। ਇਹੀ ਉਹਨਾਂ ਦਾ ਜਵਾਬ ਹੈ, ਜਿਸ ਤੋਂ ਸਾਫ਼ ਤੌਰ ਤੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਰਕਾਰ, ਮੁੱਖ ਮੰਤਰੀ ਰਾਜਪਾਲ ਦੇ ਇਕੱਲੇ ਸਵਾਲ ਦਾ ਜਵਾਬ ਦੇਣ ਦੇ ਮੂਡ ਦੇ ਵਿੱਚ ਬਿਲਕੁਲ ਵੀ ਨਹੀਂ ਹੈ। ਪਰ ਹੁਣ ਵੱਡਾ ਸਵਾਲ ਹੈ ਕਿ ਕੀ 15 ਦਿਨ ਦੇ ਬਾਅਦ 'ਚ ਕਾਨੂੰਨੀ ਸਲਾਹ ਲਈ ਜਾਵੇਗੀ ਰਾਜਪਾਲ ਦੇ ਵੱਲੋਂ? ਆਖਿਰਕਾਰ ਉਹ ਕਾਨੂੰਨੀ ਸਲਾਹ ਕੀ ਹੋਵੇਗੀ, ਜਾਂ ਰਾਜਪਾਲ ਦਾ ਅਗਲਾ ਕਦਮ, ਅਗਲਾ ਸਟੈਪ ਕੀ ਹੋ ਸਕਦਾ ਹੈ? ਪਰ ਜੇਕਰ ਪਿਛਲੇ 10 ਮਹੀਨਿਆਂ ਦੀ ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ ਕਈ ਅਜਿਹੇ ਐਪੀਸੋਡ ਸਾਹਮਣੇ ਆ ਚੁੱਕੇ ਨੇ, ਇਸ ਦੇ ਵਿੱਚ ਸਾਫ਼ ਤੌਰ ਤੇ ਰਾਜਪਾਲ ਵਰਸਸ ਸੀਐਮ ਤੇ ਰਾਜਪਾਲ ਵਰਸਸ ਸਰਕਾਰ ਵਾਲੀ ਤਸਵੀਰ ਜਿਹੜੀ ਆ, ਪਿਕਚਰ ਆ, ਉਹ ਨਜ਼ਰ ਆ ਚੁੱਕੀ ਹੈ। ਤੇ ਇੱਕ ਵਾਰ ਫਿਰ ਉਹ ਅਜਿਹੀ ਤਸਵੀਰ ਸਾਹਮਣੇ ਆ ਚੁੱਕੀ ਹੈ। ਅੱਜ ਵੀ ਉਹਨਾਂ ਨੇ
ਸਿਰਫ ਇੱਕ ਮੁੱਦੇ ਦਾ ਜ਼ਿਕਰ ਨਹੀਂ ਕੀਤਾ, ਉਹਨਾਂ ਨੇ ਪ੍ਰਿੰਸੀਪਲਾਂ ਦਾ ਮੁੱਦਾ ਵੀ ਚੁੱਕਿਆ ਕਿ ਆਖਰਕਾਰ ਉਹਨਾਂ ਦੀ ਸਿਲੈਕਸ਼ਨ ਕਿਸ ਆਧਾਰ ਤੇ ਹੋਈ ਹੈ ਤੇ ਜਿਹੜਾ ਖਰਚਾ ਆਇਆ ਸਿੰਗਾਪੁਰ ਦੌਰੇ ਦੇ ਦੌਰਾਨ ਉਸ ਦੀ ਜਾਣਕਾਰੀ ਦਿੱਤੀ ਜਾਵੇ। ਚਾਹੇ ਕੁਲਦੀਪ ਚਹਿਲ ਦੀ ਗੱਲ ਹੋਵੇ, ਕੁਲਦੀਪ ਚਹਿਲ ਤੁਹਾਨੂੰ ਦੱਸ ਦਈਏ ਕਿ ਐਸਐਸਪੀ ਸਨ ਪਹਿਲਾਂ ਜਿਹੜੇ ਚੰਡੀਗੜ੍ਹ ਦੇ ਵਿੱਚ, ਤੇ ਉਸ ਤੋਂ ਉਹਨਾਂ ਤੋਂ ਬਾਅਦ ਚ ਉਹਨਾਂ ਦੇ ਉੱਥੋਂ ਟ੍ਰਾਂਸਫਰ ਕਰ ਦਿੱਤਾ ਗਿਆ, ਐਸਐਸਪੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਤੇ ਸਰਕਾਰ ਦੇ ਵੱਲੋਂ ਉਹਨਾਂ ਦੀ ਪ੍ਰਮੋਸ਼ਨ ਕਰਦੇ ਹੋਏ ਜਲੰਧਰ ਦੇ ਵਿੱਚ ਪੁਲਿਸ ਕਮਿਸ਼ਨ ਲਗਾਇਆ ਗਿਆ ਤੇ ਉਸ ਨੂੰ ਲੈ ਕੇ ਉਹਨਾਂ ਨੇ ਸਵਾਲ ਖੜੇ ਕੀਤੇ ਨੇ। ਗੱਲ ਕੀਤੀ ਜਾਵੇ ਪੀਏਯੂ ਲੁਧਿਆਣਾ ਦੀ, ਤੇ ਪੀਏਯੂ ਲੁਧਿਆਣਾ ਦੇ ਜਿਹੜੇ ਵੀਸੀ ਨੇ ਪਹਿਲਾਂ ਵੀ ਮੁੱਦਾ ਉੱਠਿਆ, ਉਹਨਾਂ ਨੇ ਨਿਯੁਕਤੀ ਨੂੰ ਲੈ ਕੇ ਸਿੱਧੇ ਤੌਰ ਤੇ ਸਵਾਲ ਕੀਤੇ। ਅੱਜ ਫਿਰ ਉਹਨਾਂ ਨੇ ਉਸ ਦਾ ਜ਼ਿਕਰ ਕੀਤਾ ਹੈ, ਪੁਰਾਣੀ ਜਿਹੜੀ ਚਿੱਠੀ ਲਿਖੀ ਸਰਕਾਰ ਨੂੰ ਉਸ ਦਾ ਵੀ ਹਵਾਲਾ ਦਿੱਤਾ ਗਿਆ। ਐਸਸੀ ਵਿਦਿਆਰਥੀਆਂ ਦੀ ਸਕਾਲਰਸ਼ਿਪ ਦਾ ਮੁੱਦਾ ਵੀ ਰਾਜਪਾਲ ਦੇ ਵੱਲੋਂ ਚੁੱਕਿਆ ਗਿਆ। ਉਹਨਾਂ ਨੇ ਕਿਹਾ ਕਿ ਸਿੱਧੇ ਤੌਰ ਤੇ ਸਰਕਾਰ ਦੇ ਵੱਲੋਂ ਜਿਹੜੀ ਸਕਾਲਰਸ਼ਿਪ ਨਹੀਂ ਦਿੱਤੀ ਜਾ ਰਹੀ, ਇਸ ਕਾਰਨ ਕਰੀਬ 2 ਲੱਖ ਜਿਹੜੇ ਐਸਸੀ ਵਿਦਿਆਰਥੀ ਨੇ ਉਹ ਪ੍ਰਭਾਵਿਤ ਹੋ ਰਹੇ ਨੇ, ਉਹ ਪੜ੍ਹਾਈ ਛੱਡਣ ਤੱਕ ਦੇ ਲਈ ਮਜਬੂਰ ਨੇ। ਵੱਖ-ਵੱਖ ਮੁੱਦਿਆਂ ਤੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਸਰਕਾਰ ਨੂੰ ਰਾਜਪਾਲ ਦੇ ਵੱਲੋਂ ਕਿਹਾ ਗਿਆ, ਪਰ ਕੁਝ ਹੀ ਮਿੰਟਾਂ ਦੇ ਵਿੱਚ 15-20 ਮਿੰਟ ਬਾਅਦ ਚ ਸੀਐਮ ਮਾਨ ਦਾ ਟਵੀਟ ਆਉਂਦਾ ਹੈ, ਜਵਾਬ ਇਹੀ ਆਉਂਦਾ ਹੈ ਕਿ ਉਹ ਰਾਜਪਾਲ ਨੂੰ ਜਵਾਬ ਦੇ ਨਹੀਂ ਨੇ, ਉਹ ਜਨਤਾ ਨੂੰ ਜਵਾਬ ਦੇ ਨੇ, ਇਹੀ ਉਹਨਾਂ ਦਾ ਜਵਾਬ ਹੈ। ਹੁਣ ਵੱਡਾ ਸਵਾਲ ਹੈ ਕਿ ਆਖਰਕਾਰ ਇਸ ਤੋਂ ਬਾਅਦ ਚ ਕੀ ਟਸਲ ਹੋਰ ਵਧੇਗੀ, ਜਾਂ ਰਾਜਪਾਲ ਦੇ ਵੱਲੋਂ ਕਿਹੜਾ ਕਾਨੂੰਨੀ ਬਦਲ ਚੁਣਿਆ ਜਾਂਦਾ ਹੈ, ਜਾਂ ਉਸ ਦੇ ਨਾਲ ਕੀ ਵੱਡੀ ਮੁਸ਼ਕਲ ਵੀ ਸਰਕਾਰ ਵਾਸਤੇ ਖੜੀ ਹੋ ਸਕਦੀ ਹੈ। ਪਰ ਜਿਹੜੀ ਟਸਲ ਹੈ ਸਾਫ਼ ਤੌਰ ਤੇ ਉਹ ਨਜ਼ਰ ਆ ਰਹੀ ਹੈ, ਰਾਜਪਾਲ ਵਰਸਸ ਮੁੱਖ ਮੰਤਰੀ, ਰਾਜਪਾਲ ਵਰਸਸ ਸਰਕਾਰ। ਪਰ ਹੁਣ ਵੇਖਣਾ ਹੋਵੇਗਾ ਕਿ ਆਖਰਕਾਰ ਇਸ ਤੋਂ ਅੱਗੇ ਕੀ ਹੁੰਦਾ ਹੈ।